ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਸਾ ਕੀ ਵਾਰ ਭਾਗ 78ਵਾਂ 78। ਸ਼ਲੋਕ ਮਹਲਾ ਪਹਿਲਾ। ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇਕਨੀ ਦੁੱਧ ਸਮਾਈਐ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਭਨ ਇੱਕ ਉੱਪਰ ਰਹਿਣ ਖੜੇ। ਤਿਨਾ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ, ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ। ਗੁਰਮਤਿ ਅਨੁਸਾਰ, ਸਤਿਗੁਰਾਂ ਦੇ ਬਚਨ ਅਨੁਸਾਰ ਜੰਮਣਾ ਮਰਨਾ ਹੁਕਮ ਹੈ। ਹੁਕਮ ਤੋਂ ਬਿਨਾਂ ਜੀਵ ਜਨਮ ਨਹੀਂ ਲੈ ਸਕਦਾ, ਹੁਕਮ ਤੋਂ ਬਿਨਾਂ ਸੁੱਟ ਵੀ ਨਹੀਂ ਸਕਦਾ ਇੱਥੋਂ। ਹੁਕਮ ਕੀ ਹੈ ਫਿਰ? ਉਹੀ ਤਾਂ ਨਾਮ ਹੈ ਭਾਈ। ਨਾਮੇ ਉਤਪਤ ਨਾਮੇ ਪਰਲੋ। ਨਾਮ ਨਾਲ ਹੀ ਉਤਪਤੀ ਹੁੰਦੀ ਹੈ, ਨਾਮ ਨੇ ਸ੍ਰਿਸ਼ਟੀ ਦੀ ਸਮਾਪਤੀ ਹੁੰਦੀ ਹੈ। ਉਹ ਹੁਕਮ ਹੈ ਭਾਈ। ਸਾਧ ਸੰਗਤੀ ਕੈਸੀ ਜਾਣੀਏ ਜਿੱਥੇ ਏਕੋ ਨਾਮ ਬਖਾਣੀਏ, ਏਕੋ ਨਾਮ ਹੁਕਮ ਹੈ। ਸਤਿਗੁਰ ਦੀ ਆ ਬੁਝਾਏ। ਸਤਿਗੁਰ ਦੇ ਸੱਚ ਦੇ ਗਿਆਨ ਤੋਂ ਸਾਨੂੰ ਪਤਾ ਲੱਗਦਾ ਹੈ ਜਿਹੜਾ ਹੁਕਮ ਆ ਉਹੀ ਨਾਮ ਹੈ। ਉੱਥੇ ਤੱਕ ਕਿਵੇਂ ਪਹੁੰਚਾਂਗੇ ਆਪਾਂ? ਪਹਿਲਾਂ ਆਪਾਂ ਨੂੰ ਇਹ ਸਮਝ ਆਊਗੀ ਨਹੀਂ ਵੀ ਰਚਨਾ ਕਿਵੇਂ ਹੋਈ, ਇਹ ਕਿਵੇਂ ਜੀਵ ਆਇਆ, ਕੀ ਕਰਨ ਆਇਆ, ਕਿਵੇਂ ਕਿਵੇਂ ਆਇਆ, ਹੁਣ ਜਾਊਗਾ ਕਿਵੇਂ। ਉਹੀ ਤਾਂ ਬਾਣੀ ਆਪਾਂ ਨੂੰ ਗਿਆਨ ਕਰਾਉਂਦੀ ਆ ਭਾਈ। ਇਹ ਯੁੱਗ ਮੇ ਏਕੇ ਕੋ ਆਇਆ, ਜਨਮਤ ਮੋਹਿਆ ਮੋਹਣੀ ਮਾਇਆ ਨੇ ਮੋਹ ਲਿਆ। ਹੁਣ ਅਸੀਂ ਇੱਕ ਹੋਣਾ ਹੈ, ਆਪਦੀ ਮੱਤ ਨਾਲ ਤੇ ਖੋ ਨਹੀਂ ਸਕਦੇ। ਤੁਮਰੀ ਕਿਰਪਾ ਤੇ ਮੂੰਹ ਮਨ ਛੂਟੇ ਛੂਟ ਜਾਏ ਪਰਮਾਇਓ ਦੀ ਕਿਰਪਾ ਰਹਿਮਤ ਲੈਣੀ ਆ। ਕੁਦਰਤ ਦੀ ਰਹਿਮਤ ਦੇ ਪਾਤਰ ਬਣਨਾ ਆਪਾਂ। ਕਿਵੇਂ ਸਾਂਝੇ ਜਾਂਦੇ ਨੇ ਭਾਂਡੇ ਫਿਰ? ਇਹ ਮਨ ਰੂਪੀ ਭਾਂਡਾ ਕਿਵੇਂ ਸਾਜਿਆ ਜਾਂਦਾ ਹੈ? ਜਦੋਂ ਦੇਵ ਲੋਕ ਚੋਂ ਹੁਕਮ ਹੁੰਦਾ ਹੈ, ਸਤਿਯੁਗ ਚੋਂ ਟੁੱਟ ਕੇ ਅਸੀਂ ਦੇਵ ਲੋਕ 'ਚ ਹੀ ਆਉਂਦੇ ਹਾਂ। ਡਿਵਾਈਡ ਹੁੰਦੀ ਹੈ ਜਦੋਂ ਆਤਮਾ, ਫਿਰ ਦੇਵ ਲੋਕ ਹੈ। ਹੁੰਦੀ ਹੁਕਮ 'ਚ ਹੀ ਹੈ, ਸਰੀਰ ਨਹੀਂ ਹੁੰਦਾ, ਜੋਤ ਹੀ ਹੈ। ਇਸ ਦੇਹੀ ਕੋ ਤਰਸੇ ਦੇਵ, ਦੇਹੀ ਭਜ ਹਰ ਕੀ ਸੇਵ। ਇਹਦਾ ਵੀ ਬੜਾ ਭਰਮ ਪਾਇਆ ਹੋਇਆ। 33 ਕਰੋੜ ਦੇਵਤੇ ਕਿਹਨੇ ਗਿਣ ਲਏ ਉੱਥੇ ਜਾ ਕੇ ਭਾਈ? ਚਲੋ ਛੱਡੋ, ਉਹ ਆਪਣਾ ਵਿਸ਼ਾ ਨਹੀਂ ਹੈਗਾ। ਝੂਠ ਦਾ ਕੀ ਹੁੰਦਾ? ਝੂਠ ਤਾਂ ਬੋਲ ਦੇਈਦਾ ਹੁੰਦਾ, ਝੂਠ ਦੀ ਜੜ ਨਹੀਂ ਹੁੰਦੀ ਹੈਗੀ। ਉਹ ਦੇਵ ਲੋਕ 'ਚੋਂ ਹੁਕਮ ਹੁੰਦਾ ਹੈ ਭਾਈ। ਫਿਰ ਤ੍ਰੇਤੇ 'ਚੋਂ ਦੁਆਪਰ ਦੂਆਪੁਰ 'ਚ ਜੀਵ ਆਤਮਾ ਆਉਂਦੀ ਆ। ਉਹਨੂੰ ਦੁਆਪਰ ਕਹਿੰਦੇ ਆ, ਦੂਆਪੁਰ। ਗਰਭ ਚੇਤਨਾ ਦੀ ਗੱਡ ਪੈ ਰਹੀ ਹੈ ਜੜ ਨਾਲ, ਮਾਇਆ ਨਾਲ ਸਰੀਰ ਬਣਾ ਰਹੀ ਹੈ ਉੱਥੇ ਆਤਮਾ। ਉਹ ਆ ਦੁਆਪਰ। ਉੱਥੇ ਭਾਂਡਾ ਸਾਜਿਆ ਜਾਂਦਾ, ਮਨ ਰੂਪੀ ਭਾਂਡਾ ਜਿਹੜਾ ਹੈਗਾ ਵਾ। ਇਹ ਜੀਵ ਆਤਮਾ ਚੇਤਨਾ ਕਹਿ ਲਈਏ ਜੜ ਨਾਲ ਇੱਕ ਮਿੱਕ ਹੋ ਰਹੀ ਹੈ। ਕਿਵੇਂ ਜੋੜ ਲੱਗ ਰਿਹਾ ਕਿਸੇ ਨੂੰ ਨਹੀਂ ਪਤਾ। ਇਹਦਾ ਹੁਕਮ ਨਾਲ ਲੱਗ ਰਿਹਾ ਹੈ। ਜੰਮਣਾ ਮਰਨਾ ਹੁਕਮ ਹੈ। ਹੁਕਮ ਤੋਂ ਬਿਨਾਂ ਜਨਮ ਨਹੀਂ ਹੁੰਦਾ। ਹੁਕਮ ਹੋਇਆ ਤਾਂ ਦੁਆਪਰ ਦੂਆਪੁਰ ਸਰੀਰ ਬਣਾ ਰਿਹਾ। ਜਦੋਂ ਸਰੀਰ ਬਣਾ ਕੇ ਅਸੀਂ ਬਾਹਰ ਆ ਜਾਂਦੇ ਹਾਂ, ਉਹ ਕੀ ਹੈ? ਕਲਯੁਗ। ਕਿਉਂ ਰੋਂਦੇ ਹਾਂ? ਜੀਵ ਕਿਉਂ ਰੋਂਦਾ ਹੈ? ਹੁਕਮ ਨਾਲ ਟੁੱਟ ਜਾਂਦੇ ਹਾਂ ਅਸੀਂ। ਲਿਵ ਛੁੜਕੀ ਲੱਗੀ ਤ੍ਰਿਸ਼ਨਾ ਮਾਇਆ ਅਮਰ ਵਰਤਾਇਆ। ਮਾਇਆ ਆਪਣਾ ਖੇਲ ਵਰਤਾ ਦਿੰਦੀ ਹੈ। ਹੁਕਮ ਸਾਡੀ ਪਕੜ 'ਚੋਂ ਚਲੇ ਜਾਂਦਾ। ਹੁਕਮ ਤਾਂ ਪ੍ਰਤਪਾਲਕ ਹੈ, ਸ੍ਰਿਸ਼ਟੀ ਦਾ ਖਸਮ ਹੈ, ਮਾਲਕ ਹੈ, ਪਰ ਸਾਡੀ ਪਕੜ 'ਚੋਂ ਚਲਿਆ ਜਾਂਦਾ। ਅੱਖਾਂ ਖੁੱਲ੍ਹਦੀਆਂ ਨੇ, ਕੰਨ ਸੁਣਦੇ ਆ, ਸੰਸਾਰ ਨਾਲ ਜੁੜਦੇ ਨੇ, ਤੇਰ ਮੇਰ ਸ਼ੁਰੂ ਹੋ ਜਾਂਦੀ ਹੈ। ਮਨ ਰੂਪੀ ਭਾਂਡਾ ਫਿਰ ਇਹ ਜਿਹੜਾ ਮਾਇਆ ਨਾਲ ਜੁੜ ਜਾਂਦਾ ਹੈ। ਫਿਰ ਹੁਕਮ ਤੋਂ ਬਿਨਾਂ ਤਾਂ ਭਾਈ ਸਰੀਰ ਨਹੀਂ ਮਿਲਿਆ ਆਪਾਂ ਨੂੰ। ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ। ਪੂਰਨਤਾ ਸਰਬ ਲਾਇਕ ਸਰਬ ਪੈਕ ਸਰਬ ਕੋ ਪੁੰਨ ਕਾਲ। ਜਾਪ ਸਾਹਿਬ ਸਮਝਾਇਆ ਸਤਿਗੁਰਾਂ। ਸਾਰਿਆਂ ਨੂੰ ਪੂਰਨ ਖਾਤਰ ਗਿਆਨ ਦੇ ਰਿਹਾ, ਊਣਿਆਂ ਨੂੰ ਪੂਰੇ ਕਰ ਰਿਹਾ। ਕੌਣ ਕਰ ਰਿਹਾ? ਨਾਮ
ਹੁਕਮ ਕਿਹਦੇ ਰਾਹੀਂ? ਸਤਿਗੁਰ ਦੇ ਰਾਹੀਂ। ਫਿਰ ਸੰਸਾਰ 'ਚ ਅਸੀਂ ਆ ਜਾਂਦੇ ਹਾਂ। ਅੱਖਾਂ ਖੁੱਲ੍ਹਦੀਆਂ ਨੇ, ਕੰਨ ਸੁਣਦੇ ਨੇ, ਤੇਰ ਮੇਰ ਸ਼ੁਰੂ ਹੋ ਜਾਂਦੀ। ਉੱਥੋਂ ਫਿਰ ਕੀ ਹੁੰਦਾ? ਆਪੇ ਭਾਂਡੇ ਸਾਜੀਅਨ ਆਪੇ ਪੂਰਨ ਦੇ, ਇਕਨੀ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ। ਅੰਤਰਾਤਮਾ ਦੀ ਆਵਾਜ਼ ਕਰਨੀ ਆਪਾਂ ਧਰੀਵ ਦੁਨੀਆ ਨੂੰ ਪਹਿਲਾਂ ਵਿਚਾਰ ਲਈਏ, ਆਪਾਂ ਨੂੰ ਵੇਦ ਸਮਝ ਆ ਜਾਏ ਗੁਰਬਾਣੀ ਦਾ। ਜਿਹੜੀ ਅੰਤਰਾਤਮਾ ਦੀ ਆਵਾਜ਼ ਹੈ ਸਤਿਗੁਰ, ਉਹਦੇ ਕੋਲ ਦੁੱਧ ਹੈ, ਉਹਦੀ ਬਾਣੀ ਹੈ ਭਾਈ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਉਹ ਦੁੱਧ ਸਮਾਇਆ ਹੈ ਉਹਦੇ ਵਿੱਚ। ਇਹ ਚੁੱਲ੍ਹੇ ਰਹਿਣ ਚੜੇ ਕੌਣ ਹੈ ਭਾਈ? ਇਹ ਮਨ ਬੁੱਧੀ ਨੇ, ਰਾਮ ਤੋਂ ਅਲੱਗ ਹੋ ਗਏ ਇਹ ਦੁਆਪਰ 'ਚ। ਰਾਮ ਉੱਧਰ ਰਹਿ ਗਿਆ, ਲਕਸ਼ਮਣ ਸੀਤਾ ਇੱਧਰ ਆ ਕੇ ਰਾਵਣ ਦੇ ਨਾਲ ਆ। ਹੁਣ ਇਹ ਜਦੋਂ ਵਿਕਾਰਾਂ ਨਾਲ ਜੁੜਦਾ ਉਦੋਂ ਰਾਵਣ ਹੈ, ਜਦੋਂ ਰਜੋਗੁਣ 'ਚ ਹੈ ਫਿਰ ਇਹ ਇਕੱਠੇ ਨੇ। ਹੁਣ ਰਾਵਣ ਮਨ ਦਾ ਅੰਤ ਕਿਵੇਂ ਆਊਗਾ? ਰਾਮ ਦੇ ਬਾਣਾਂ ਨਾਲ, ਰਾਮ ਦੇ ਤੀਰਾਂ ਨਾਲ। ਹੁਣ ਪੁਲ ਵਿੱਚ ਕਿਹੜਾ? ਇਹ ਗਿਆਨ ਦਾ। ਸੀਤਾ ਨੇ ਕਿਹੜਾ ਪੁਲ ਬਣਾਉਣਾ? ਰਾਮ ਔਰ ਲਕਸ਼ਮਣ ਨੇ ਗਿਆਨ ਦਾ। ਇਹਨੂੰ ਸਮਝਣਾ ਵਾ ਆਪਾਂ। ਇਦੋਂ ਪਰੇ ਆਪਾਂ ਨੂੰ ਕੋਈ ਠੋਸ ਸਮਝਣ ਨੂੰ ਹੋਰ ਵੀ ਬਹੁਤ ਉਪਦੇਸ਼ ਹੈਗੇ ਆ, ਪਰ ਇਹ ਆਪਾਂ ਨੂੰ ਕਾਫੀ ਸਮਝ ਪਊਗੀ ਇਹ 'ਚੋਂ। ਦੁਆਪਰ 'ਚੋਂ ਫਿਰ ਇਹ ਅਲੱਗ ਹੋ ਜਾਂਦੇ ਨੇ। ਦੁਆਪਰ ਰਾਮ ਅੰਦਰ ਰਹਿ ਜਾਂਦਾ, ਸੀਤਾ ਲਕਸ਼ਮਣ ਬਾਹਰ ਆ ਜਾਂਦੇ ਨੇ। ਫਿਰ ਬਾਹਰ ਕਿਵੇਂ ਰਹਿੰਦੇ ਨੇ ਇਹ ਤ੍ਰਿਸ਼ਨਾ ਦੀ ਅੱਗ 'ਤੇ ਬੈਠੇ ਨੇ। ਕਲਯੁਗ ਰਥ ਅਗਨ ਕਾ ਕੂੜ ਅੱਗੇ ਰਥਵਾ। ਝੂਠ ਦੇ ਰਿਸ਼ਤੇ ਬਣ ਗਏ, ਤ੍ਰਿਸ਼ਨਾ ਦੀ ਅਗਨੀ 'ਤੇ ਬੈਠੇ ਨੇ ਹੁਣ ਇਹ। ਚੁੱਲ੍ਹੇ ਰਹਿਣ ਚੜੇ ਤੋਂ ਭਾਵ ਹੈ ਇੱਕ ਨਾ ਦੁੱਧ ਸਮਾਈਏ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਭਨ ਇੱਕ ਉੱਪਰ ਰਹਿਣ ਖੜੇ। ਇੱਕ ਸੁੱਤੇ ਪਏ ਨੇ, ਇੱਕ ਝੱਲ ਮਾਰਨ ਵਾਲੇ ਨੇ, ਇੱਕ ਰਾਜਾ, ਇੱਕ ਭਿਖਾਰੀ ਹੈ, ਇੱਕ ਸੇਵਾਦਾਰ ਹੈ, ਇੱਕ ਰਾਜਾ ਹੈ। ਇਹ ਖੇਲ ਹੈ ਦਾਤੇ ਦਾ। ਉਹ ਦੋ ਹੀ ਪੱਖ ਆਪੇ ਪਿੱਛੇ ਸਮਝੇ। ਅੰਤਰਾਤਮਾ ਦੀ ਆਵਾਜ਼ ਜਿਹੜੀ ਹੈਗੀ ਆ ਉਹਦੀ ਬਾਣੀ ਹੈ ਸਤਿਗੁਰ ਦੀ। ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰ ਸਿੱਖੋ। ਸਤਿਗੁਰ ਦੀ ਪ੍ਰਾਪਤੀ ਕਰਨੀ ਆ ਆਪਾਂ। ਪਰ ਕਿਵੇਂ ਪ੍ਰਾਪਤੀ ਹੋਊਗੀ? ਇਹ ਤਾਂ ਚੁੱਲ੍ਹੇ 'ਤੇ ਬੈਠਾ, ਅੱਗ 'ਤੇ ਬੈਠਾ, ਤ੍ਰਿਸ਼ਨਾ ਦੀ ਅਗਨੀ 'ਤੇ ਬੈਠਾ ਹੈ। ਪ੍ਰਭ ਕੇ ਸਿਮਰਨ ਤ੍ਰਿਸ਼ਨਾ ਬੂਝੇ, ਪ੍ਰਭ ਕੇ ਸਿਮਰਨ ਸਭ ਕੇ ਸੋਝੇ। ਸਿਮਰਨ ਤੋਂ ਭਾਵ ਜਦੋਂ ਗੁਰ ਸ਼ਬਦ ਦੀ ਕਮਾਈ ਕਰਦੇ ਹਾਂ ਅਸੀਂ, ਸਾਨੂੰ ਸੋਝੀ ਹੋ ਜਾਂਦੀ ਹੈ। ਉਹ ਸੋਝੀ ਸਿਮਰਨ ਹੈ। ਫਿਰ ਇਹ ਤ੍ਰਿਸ਼ਨਾ ਘਟ ਜਾਂਦੀ ਹੈ ਸਾਡੀ, ਫਿਰ ਸੋਝੀ ਹੋ ਜਾਂਦੀ ਹੈ। ਫਿਰ ਆਪਦੇ ਘਰ ਚਲੇ ਜਾਂਦੇ ਨੇ ਇਹ, ਅੰਤਰਾਤਮਾ 'ਚ ਲੈ ਹੋ ਜਾਂਦੇ ਨੇ। ਆਤਮਾ ਪ੍ਰਾਤਮਾ ਇੱਕੋ ਕਰੇ, ਅੰਤਰ ਕੀ ਦੁਵਿਧਾ ਅੰਤਰ ਮਰੇ। ਫਿਰ ਜਦੋਂ ਇੱਕ ਹੋ ਜਾਂਦੇ ਨੇ, ਇੱਕ ਤੋਂ ਬਾਅਦ ਫਿਰ ਉਹ ਨਾਮ ਸੁਣਦਾ ਵਾ। ਉਹ ਦੇਵਲੋਕ ਆ, ਜਿਵੇਂ ਆਏ ਆਪਾਂ ਉਵੇਂ ਹੀ ਵਾਪਸ ਜਾਣਾ ਵਾ। ਹੁਕਮ ਦਾ ਹੀ ਖੇਲ ਹੈ ਸਾਰਾ, ਹੁਕਮ ਨੂੰ ਹੀ ਸਮਝਣਾ ਆਪਾਂ। ਇੱਕ ਨਾ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਭਨ ਇੱਕ ਉੱਪਰ ਰਹਿਣ ਖੜੇ। ਭਗਤ ਗੁਰੂ ਸਾਹਿਬਾਨਾਂ ਨੇ ਆਪਾਂ ਨੂੰ ਪ੍ਰੈਕਟੀਕਲ ਕਰਕੇ ਦਿਖਾਇਆ। ਨਾਮਦੇਵ ਜੀ ਦੇਖ ਲਓ, ਸੈਣ ਨਾਈ ਦੇਖ ਲਓ, ਉਹਨਾਂ ਨੇ ਸੇਵਾ ਕੀਤੀ, ਸੰਸਾਰ ਨੂੰ ਪ੍ਰੇਰਿਆ ਵੀ। ਰਹਿਬਰ ਸੀਗੇ, ਦੁਨੀਆ ਨੂੰ ਤਾਰਨ ਆਏ ਸੀਗੇ। ਉਹ ਕੀ ਦੇ ਗਏ ਆਪਾਂ ਨੂੰ? ਗਿਆਨ ਦਾ ਸਮੁੰਦਰ ਦੇ ਗਏ। ਅੱਜ ਆਪਣੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ ਗਿਆਨ ਦਾ ਸਮੁੰਦਰ ਹੈ। ਪਰ ਹੁਣ ਅਸੀਂ ਬਾਹਰ ਬੈਠੇ ਸੋਚੀ ਜਾਂਦੇ, ਜਿਵੇਂ ਉਹ ਪਲੇਟਫਾਰਮ 'ਤੇ ਕੋਈ ਬੈਠਾ ਸੋਚੀ ਜਾਵੇ ਟ੍ਰੇਨਾਂ ਨਿਕਲੀ ਜਾਣ। ਹਰ ਕਾ ਨਾਮ ਨਾ ਜਪਤ ਗੁਬਾਰਾ, ਕਿਆ ਸੋਚੀਏ ਬਾਰੰਬਾਰ। ਕੀ ਸੋਚੀ ਜਾਂਦੇ ਹੋ ਭਾਈ? ਸਮਾਂ ਤਾਂ ਭੱਜਿਆ ਜਾ ਰਿਹਾ। ਰੋਜ਼ ਰਹਿਰਾਸ ਵੀ ਪੜ੍ਹੀ ਜਾਂਦੇ ਹਾਂ। ਔਧ ਕਟੇ ਦਿਨ ਸਰਨਾਰੇ ਮਨ ਮਿਲ ਗੁਰ ਕਾਸ ਬਾਰੇ। ਗੁਰ ਸ਼ਬਦ ਦੇ ਨਾਲ ਭਾਈ ਕਾਜ ਜਿਹੜਾ ਤੇਰਾ ਸੰਵਰਨਾ, ਆਤਮਾ ਕਰਕੇ, ਸਰੀਰ ਕਰਕੇ ਵੀ ਕਾਜ ਉਹਦੀ ਕਿਰਪਾ ਹੈ ਭਾਈ। ਕਿਸੇ ਨੂੰ ਸੁੱਖ ਹੈ, ਕਿਸੇ ਨੂੰ ਦੁੱਖ ਹੋਏ, ਸਾਡੀ ਬੁੱਧੀ ਦੀ ਅਗਿਆਨਤਾ ਵਾ। ਜੋ ਕੁਦਰਤ ਦਿੰਦੀ ਹੈ ਉਹਨੂੰ ਸਤ ਕਰਕੇ ਮੰਨਣਾ ਉਹੀ ਸੁੱਖ ਹੈ। ਪਰ ਅਸੀਂ ਮੰਨਦੇ ਨਹੀਂ, ਸਾਨੂੰ ਗਿਆਨ ਹੀ ਨਹੀਂ ਹੁੰਦਾ ਹੈਗਾ। ਉਹ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ। ਇੱਕ ਦੁੱਧ ਸਮਾਈ ਇੱਕ ਚੁੱਲ੍ਹੇ ਰਹਿਣ ਚੜੇ, ਇੱਕ ਨਿਹਾਲੀ ਪੈ ਸਭਨ ਇੱਕ ਉੱਪਰ ਰਹਿਣ ਖੜੇ। ਉਹ ਗੁਰੂ ਭਗਤ ਸਾਹਿਬਾਨਾਂ ਨੇ ਕਮਾਈ ਕੀਤੀ। ਅੱਜ ਆਪਣੇ ਕੋਲ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰ ਸ਼ਬਦ ਦੀ ਆਪਾਂ ਕਮਾਈ ਕਰਨੀ ਹੈ। ਗੁਰੂ ਘਰ ਜਾ ਕੇ ਪਰਨ ਕਰਨਾ ਹੈ, ਗੁਰੂ ਕੇ ਸਿੱਖ ਬਣਨਾ, ਗੁਰੂ ਕੇ ਹੋ ਕੇ ਰਹਿਣਾ, ਦੂਰ ਦੂਰੇ ਦਾ ਪ੍ਰਚਾਰ ਕਰਨਾ। ਜਿੰਨੀ ਕੁ ਸਮਝ ਆਈ ਹੈ ਸਿਰਫ ਗੁਰੂ ਕਾ। ਪਹਿਲਾਂ ਆਪਦੇ ਘਰ ਪਹੁੰਚਣਾ, ਆਪ ਜਪੇ ਅਵਰੇ ਨਾਮ ਜਪਾਵੇ। ਪਹਿਲਾਂ ਆਪ ਦੇਵਲੋਕ ਪਹੁੰਚਣਾ ਜਿੱਥੋਂ ਆਏ ਹਾਂ ਅਸੀਂ। ਫਿਰ ਸਾਨੂੰ ਪਤਾ ਲੱਗੂ ਵੀ ਇਹਦਾ ਜਿਹੜਾ ਜੀਵ ਦਾ ਆਉਣਾ ਜਾਣਾ ਇਹ ਕੀ ਕਾਰਨ ਹੈ। ਆਪੇ ਭਾਂਡੇ ਸਾਜਣ ਆਪੇ ਪੂਰਨ ਦੇ, ਕੌਣ ਸਾਜਦਾ ਵਾ ਇਹ? ਇਹਦੇ ਪਿੱਛੇ ਕਿਹੜੀ ਸ਼ਕਤੀ ਕੰਮ ਕਰਦੀ ਹੈ? ਨਾਨਕ ਜਨ ਤੋਂ ਪਾਏ ਕੇ ਸੰਭਾਲੇ ਸਭਨਾ, ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਹੈ। ਜਲ ਮੇਂ ਜਨ ਤੋਂ ਪਾਏ ਤਿਨਾ ਵੀ ਰੋਜੀ ਦੇ।
ਸਹਿਲ ਪੱਥਰ ਮੇਂ ਜੰਤੂ ਪਾਏ ਤਾਂ ਘਰ ਰਿਚਕਾ ਕੇ ਕਰ ਤਰਿਆ। ਦੇਂਦਾ ਦੇ ਲੈਂਦੇ ਤੱਕ ਪਾਏ ਜੁਗਾਂ ਜੁਗੰਤਰ ਖਾਈ ਖਾਏ। ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ। ਦਿੰਦੇ ਟੋਟ ਨਾ ਆਵੀ ਅਗਨਤ ਭਰੇ ਭੰਡਾਰ। ਕਿੰਨੇ ਕੁ ਉਪਦੇਸ਼ ਨੇ ਆਪਣੇ ਕੋਲੇ। ਜੇ ਆਪਾਂ ਗੁਰੂ ਕੇ ਧਾਰਨੀ ਹੋਵਾਂਗੇ ਭਾਈ, ਗੁਰੂ ਘਰ ਜਾ ਕੇ ਪੜ੍ਹਨ ਕਰਾਂਗੇ, ਕਸਮ ਖਾਵਾਂਗੇ, ਜਿਵੇਂ ਸੰਵਿਧਾਨ ਦੀ ਮੰਤਰੀ ਬੜੇ ਅਹੁਦਿਆਂ ਵਾਲੇ ਕਸਮ ਖਾਂਦੇ, ਆਪਾਂ ਵੀ ਤਾਂ ਕਸਮ ਖਾਈਏ। ਧਰਮ ਧਾਰਨ ਦਾ ਮਤਲਬ ਸੰਸਾਰ ਨੂੰ ਅਲੱਗ ਹੋਣਾ, ਸਾਡੇ ਜੀਵਨ 'ਚ ਬਦਲਾਅ ਆਉਣਾ। ਪਹਿਲੜੀ ਲਾਮ ਪ੍ਰਵਿਰਤ ਮਾਰਗ ਦ੍ਰਿੜਾਇਆ ਬਲਰਾਮ ਜੀ ਉੱਪਰ। ਤਾਂ ਅਸੀਂ ਤਾਂ ਸਤਿਗੁਰਾਂ ਨੂੰ ਹੀ ਉਪਦੇਸ਼ ਕਰਦੇ ਹਾਂ ਗੁਰੂ ਘਰ ਜਾ ਕੇ। ਫਿਰ ਸਾਡੇ 'ਚ ਬਦਲਾਅ ਕਿਵੇਂ ਆਊਗਾ ਭਾਈ? ਸਾਨੂੰ ਫਿਰ ਕਾਲ ਨੇ ਆ ਜਾਣਾ। ਬਿਰਧ ਪਿਓ ਸੋਝੇ ਨਹੀਂ ਕਾਲ ਪਹੁੰਚੇ ਵਾਨ। ਇਹ ਆਪਾਂ ਕਮਾਈ ਕਰਨੀ ਆ ਭਾਈ। ਗੁਰੂ ਘਰ ਜਾ ਕੇ ਵੀ ਬਾਣੀ ਨੂੰ ਸੁਣਨਾ, ਵਿਚਾਰਨਾ। ਜਿਹੜੇ ਗੁਰੂ ਕੇ ਪਿਆਰੇ ਬਾਣੀ ਦੀ ਵਿਚਾਰ ਕਰਦੇ ਉਹਦੇ ਨੂੰ ਧਿਆਨ ਰੱਖਣਾ ਵਾ। ਜਿਹੜਾ ਗੁਰੂ ਤੋਂ ਪਰੇ ਗੱਲ ਕਰਦਾ ਉਹ ਨਹੀਂ ਸੁਣਨੀ। ਗੱਗਾ ਗੁਰ ਕੇ ਵਚਨ ਪਸਾਨਾ, ਦੂਜੀ ਬਾਤ ਨਾ ਧਰਨੀ ਕਰਨਾ। ਦੂਜੀ ਤਾਂ ਕੰਨ ਧਰਨੀ ਹੀ ਨਹੀਂ ਹੈਗੀ, ਨਹੀਂ ਤਾਂ ਫਿਰ ਕਾਲ ਲੈ ਜਾਊਗਾ ਭਾਈ। ਇਹ ਤਾਂ ਕਾਲ ਦਾ ਤਮਾਸ਼ਾ ਹੈ ਸੰਸਾਰ। ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਤਿੰਨਾਂ ਸਵਾਰੇ ਨਾਨਕਾ ਜਿਨ ਕੋ ਨਦਰ ਕਰੇ। ਉਹਨਾਂ 'ਤੇ ਨਦਰ ਕਿਰਪਾ ਹੁੰਦੀ ਹੈ ਭਾਈ। ਉਹ ਸਮਾਰੀ ਜਾਂਦੀਆਂ ਨੇ ਆਤਮਾ, ਉਹ ਫਿਰ ਆਪਦੇ ਵਾਪਸ ਘਰ ਪਹੁੰਚ ਜਾਂਦੀਆਂ। ਨਿਰੰਕਾਰ ਕੇ ਦੇਸ ਜਾਏ ਤਾਂ ਸੁੱਖ ਲਹੇ ਮਲ। ਉਹ ਸੱਚਖੰਡ ਪਹੁੰਚ ਜਾਂਦੇ ਨੇ ਭਾਈ। ਧਿਆਨ ਕਰਕੇ ਸਰੀਰ ਇੱਥੋਂ ਲਿਆ ਇੱਥੇ ਛੱਡ ਦੇਣਾ ਵਾ। ਇਹਨੂੰ ਧਿਆਨ ਨਾਲ ਸੁਣਨਾ, ਵਿਚਾਰਨਾ, ਇਹ ਭਗਤੀ ਹੈ ਭਾਈ। ਕੰਮ ਕਾਰ ਕਰਦੇ ਵੀ ਰਹਿਣਾ। ਹੱਥ ਪਾਉ ਕਾਮ ਕਰ ਸਭ ਚੀਤ ਰੰਜਨ ਨਾਲ। ਧਿਆਨ ਦਾ ਵਿਸ਼ਾ ਹੈ ਭਾਈ। ਗਿਆਨ ਤੋਂ ਬਾਅਦ ਫਿਰ ਇਹ ਧਿਆਨ ਬਣ ਜਾਂਦਾ ਹੈ। ਇਹ ਧਿਆਨ ਹੀ ਫਿਰ ਆਪਦੇ ਘਰ ਪਹੁੰਚ ਜਾਂਦਾ। ਜਿਨੀ ਨਾਮ ਧਿਆਇਆ ਗਏ ਮੁਸਕਤ ਕਾਲ। ਨਾਨਕ ਤੇ ਕੁਜਲੇ ਕੀਤੀ ਛੁੱਟੀ ਨਾਲ। ਆਓ ਭਾਈ ਆਪਾਂ ਵੀ ਇਹ ਪ੍ਰਾਪਤੀ ਕਰੀਏ। ਸਾਡਾ ਵੀ ਸੰਸਾਰ 'ਤੇ ਆਉਣਾ ਸਫਲ ਹੋਵੇ। ਆਪਾਂ ਨੌਵੇਂ ਪਾਤਸ਼ਾਹ ਦਾ ਸਲੋਕ ਲੈ ਲਈਏ। ਸਤਿਗੁਰ ਕੀ ਸਮਝਾਉਂਦੇ ਆ? ਜਨਮ ਜਨਮ ਭਰਮਤ ਫਿਰਿਓ ਮਿਟਿਓ ਨ ਜਮ ਕੋ ਤਰਾਸ। ਇਹ ਨਹੀਂ ਮਿਟਣਾ ਭਾਈ। ਫਿਰ ਇਹ ਜੇ ਗੁਰਸ਼ਬਦ ਦੀ ਕਮਾਈ ਨਾ ਕੀਤੀ, ਭਾਣੇ 'ਚ ਨਾ ਚੱਲੇ, ਫਿਰ ਇਹ ਨਹੀਂ ਮਿਟਣਾ ਹੈਗਾ। ਜਮਾਂ ਨੇ ਛੱਡਣਾ ਨਹੀਂ। ਹਰ ਹਰ ਨਾਮ ਜਪੰਤੀਆਂ ਕਿਸੇ ਨਾ ਕਹੇ ਜਮਕਾਲ। ਨਾਨਕ ਮਨ ਤਨ ਸੁਖੀ ਹੋਏ ਅੰਤੇ ਮਿਲੇ ਗੋਪਾਲ। ਜੇ ਗੋਪਾਲ ਦਾ ਦਰਸ਼ਨ ਕਰਨਾ, ਆਓ ਭਾਈ ਗੁਰਬਾਣੀ ਨਾਲ ਜੁੜੀਏ। ਗੁਰ ਕੇ ਚਰਨ ਹੈ ਬਾਣੀ, ਇਹਨੂੰ ਵਿਚਾਰੀਏ। ਇਹ 'ਚੋਂ ਗਿਆਨ ਪ੍ਰਾਪਤ ਹੋਊਗਾ, ਜਿਹਦੇ ਨਾਲ ਸਾਡਾ ਜੀਵਨ ਦੀ ਸ਼ੁਰੂਆਤ ਹੋਊਗੀ। ਆਤਮਿਕ ਸਫ਼ਰ ਸ਼ੁਰੂ ਹੋ ਜਾਊਗਾ। ਕਹੋ ਨਾਨਕ ਹਰ ਭਜ ਮਨਾ ਨਿਰਭੈ ਭਾਵੇ ਬਸ। ਨਿਰਭੈ ਭੈ ਤੋਂ ਮੁਕਤ ਹੋਣਾ, ਇਹ ਗੁਣਾਂ ਦੀ ਪ੍ਰਾਪਤੀ ਕਰਨੀ ਹੈ। ਨਿਰਭਉ ਨਿਰਵੈਰ ਕਾਲ ਤੋਂ ਮੁਕਤ, ਅਜੂਨੀ ਆਪਦੇ ਘਰ ਪਹੁੰਚਣਾ। ਆਓ ਸਾਰੇ ਮਿਲ ਕੇ ਭਾਈ ਉਹਦੀ ਰਹਿਮਤ ਦੇ ਪਾਤਰ ਬਣੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।